ਭਰਪੂਰ ਤਰੀਕੇ ਨਾਲ ਉਹ ਬਿਜਾਈ ਵੇਲੇ ਖਾਦ ਪਾ ਲੈਂਦਾ, ਉਹ ਤਾਂ ਫਿਰ 50 ਕਿਲੋ ਬੀਜ ਦੇ ਨਾਲ ਵੀ ਅੱਛੀ ਪੈਦਾਵਾਰ ਲੈ ਲੈਂਦਾ। ਔਰ ਜਿਹੜੇ ਬੰਦੇ ਦੇ ਕੋਲ ਪੈਸਿਆਂ ਦੀ ਕਮੀ ਆ ਔਰ ਖਾਦ ਤੇ ਉਹ ਪੂਰਾ ਨਹੀਂ ਉਤਰ ਸਕਿਆ, ਖਾਦ ਉਹਨੇ ਰਿਕਮੈਂਡੇਸ਼ਨ ਦੇ ਮੁਤਾਬਕ ਨਹੀਂ ਪਾਈ, ਉਹਦਾ ਇੱਕ ਹੱਲ ਦੱਸਣ ਲੱਗਾ ਵਾਂ। ਅਗਰ ਤੁਸੀਂ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਦਾ ਬਟਨ ਦਬਾ ਦਿਓ। 10-15 ਸਾਲ ਦਾ ਇਹ ਨਿਚੋੜ ਕੱਢਿਆ ਹੋਇਆ ਵਾ ਕਿ ਅਗਰ ਕਾਸ਼ਤ ਦੇ ਟਾਈਮ ਬੀਜ ਰਿਕਮੈਂਡ ਕੀਤਾ ਜਾਂਦਾ ਵੀ 15 ਨਵੰਬਰ ਤੱਕ ਤੁਸੀਂ 50 ਕਿਲੋ ਪਾ ਲਓ, 15 ਨਵੰਬਰ ਤੋਂ ਜਿਹੜੇ ਲੇਟ ਬੰਦੇ ਆ ਉਹ ਮਤਲਬ ਕੋਈ 5-4 ਕਿਲੋ ਬੀਜ ਵਧਾ ਵੀ ਲੈਂਦੇ ਆ ਵੀ ਯਾਰ ਅਸੀਂ ਲੇਟ ਕਾਸ਼ਤ ਹੋਏ, ਅਤੇ ਜਿਹੜੇ 10 ਦਸੰਬਰ 'ਤੇ ਚਲੇ ਗਏ ਆ ਉਹ ਫਿਰ ਥੋੜ੍ਹਾ ਜਿਹਾ ਬੀਜ ਜ਼ਿਆਦਾ ਕਾਸ਼ਤ ਉਹਨਾਂ ਨੂੰ ਕਰਨਾ ਪੈਂਦਾ। ਅਤੇ ਗੱਲ ਕਰਨ ਦਾ ਮਕਸਦ ਆ, ਅਗਰ ਅਸੀਂ ਸ਼ੁਰੂ ਦੇ ਵਿੱਚ ਹੀ ਇੱਕ ਜ਼ਿਹਨ ਬਣਾ ਲਈਏ ਕਿ ਅਸੀਂ ਇਸ ਤਰੀਕੇ ਦੇ ਨਾਲ ਕੰਮ ਕਰਨਾ ਅਤੇ ਸਾਡੀ ਪੈਦਾਵਾਰ ਅੱਛੀ ਆ ਜਾਂਦੀ। ਅੱਛਾ, ਟਿੱਲਰ ਬਣਾਉਣ ਦੇ ਵਿੱਚ ਨਾ ਫਾਸਫੋਰਸ ਦਾ ਬੜਾ ਹੀ ਅਹਿਮ ਕਿਰਦਾਰ ਆ, ਅਤੇ ਫਾਸਫੋਰਸ ਇੱਕ ਮਹਿੰਗਾ ਸੋਰਸ ਆ, ਕਿਉਂਕਿ ਰੂਟ ਮੇਕਿੰਗ ਆ, ਜੜ ਤੁਹਾਡੀ ਬਣੇਗੀ ਅਤੇ ਤੁਹਾਡੇ ਟਿੱਲਰ ਬਣਨਗੇ, ਔਰ ਜਦੋਂ ਟਿੱਲਰ ਬਣ ਜਾਣਗੇ ਤਾਂ ਤੁਹਾਡਾ ਸਿੱਟਾ ਮਜ਼ਬੂਤ ਹੋਏਗਾ ਅਤੇ ਫਿਰ ਤੁਹਾਡੀ ਪੈਦਾਵਾਰ ਵੀ ਅੱਛੀ ਔਰ ਦੁੱਗਣੀ ਹੋਏਗੀ। ਅੱਛਾ, ਅਗਰ ਟਿੱਲਰ ਥੋੜ੍ਹੇ ਬਣਨ, ਕਮ ਬਣਨ, ਫਾਸਫੋਰਸ ਥੋੜ੍ਹੀ ਪਾਈ ਹੋਵੇ ਤਾਂ ਫਿਰ ਉੱਥੇ ਸਾਨੂੰ ਕੀ ਕਰਨਾ ਚਾਹੀਦਾ? ਇਹ ਬਹੁਤ ਅਹਿਮ ਨੁਕਤਾ ਵਾ ਔਰ ਟੈਕਨੀਕਲ ਨੁਕਤਾ ਵਾ। ਦੇਖੋ, ਅਸੀਂ ਸ਼ਗੂਫਿਆਂ ਦੀ ਤਾਦਾਦ ਔਰ ਪੌਦਿਆਂ ਦੀ ਤਾਦਾਦ ਸਾਡੀ ਜ਼ਿਆਦਾ ਹੋਊਗੀ ਤਾਂ ਸਾਡੀ ਪੈਦਾਵਾਰ ਜ਼ਿਆਦਾ ਆਊਗੀ, ਅਤੇ ਪੌਦਿਆਂ ਦੀ ਤਾਦਾਦ ਅਸੀਂ ਇੱਕ ਸੂਰਤ ਦੇ ਵਿੱਚ ਹੀ ਵਧਾ ਸਕਦੇ ਹਾਂ। ਤੁਸੀਂ ਬੀਜ 50 ਦੀ ਬਜਾਏ 60 ਕਿਲੋ ਪਾ ਲਓ। ਅਗੇਤੀ ਕਾਸ਼ਤ ਵਾਲੇ ਵੀ 60 ਕਿਲੋ ਪਾਉਣ ਔਰ ਪਿਛੇਤੀ ਕਾਸ਼ਤ ਵਾਲੇ ਜਿਹੜੇ ਉਹ 65 ਕਿਲੋ 'ਤੇ ਲੈ ਜਾਣ। ਇਨਸ਼ਾ ਅੱਲਾਹ ਤਾਲਾ ਅਜ਼ਮਾਇਆ ਹੋਇਆ ਤਰੀਕਾ ਵਾ, ਤੁਹਾਡੇ ਪੌਦਿਆਂ ਦੀ ਤਾਦਾਦ ਪੂਰੀ ਹੋਊਗੀ। ਔਰ ਜਿਸ ਬੰਦੇ ਨੇ ਫਾਸਫੋਰਸ ਪਾ ਕੇ 50 ਮਣ ਜਾਂ 55 ਮਣ ਲੈ ਲਈ ਆ, ਤੁਸੀਂ 20, 60, 65 ਕਿਲੋ ਪਾ ਕੇ 50, 55 ਮਣ ਲੈ ਲਓਗੇ। ਅਤੇ ਗੱਲ ਬੜੀ ਕਾਰਗਰ ਆ, ਇਹਦੇ 'ਤੇ ਅਮਲ ਪੈਰਾ ਹੋ ਕੇ ਬਿਲਕੁਲ ਛੋਟੀ ਜਿਹੀ ਗੱਲ ਆ ਔਰ ਕੰਮ ਜਾਦੂ ਨੁਮਾ ਵਾ ਇਸ ਗੱਲ ਦੇ ਵਿੱਚ। ਅਤੇ ਉਮੀਦ ਕਰਦਾ ਮੇਰੀ ਗੱਲ ਦੀ ਸਮਝ ਆ ਗਈ ਹੋਊਗੀ। ਨੈਕਸਟ ਵੀਡੀਓ ਤੱਕ ਮੈਂ ਇਜਾਜ਼ਤ ਚਾਹੁੰਦਾ ਜੀ। ਅੱਲਾ ਹਾਫਿਜ਼।